ਐਕਟਿੰਗ ਬਾਰੇ ਮੇਰੇ ਨੋਟਸਾਂ ਦੇ ਇਸ ਪੰਨੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਉਸ ਵਿਸ਼ੇ ਉੱਪਰ ਜਿਸ ਦੀ ਸ਼ਾਇਦ ਤੁਹਾਨੂੰ ਦੇਰ ਤੋਂ ਇੰਤਜ਼ਾਰ ਸੀ। ਉਹ ਹੈ ਡਾਇਲੌਗ ਡਿਲੀਵਰੀ। ਜੀ ਅੱਜ ਆਪਾਂ ਗੱਲ ਕਰਾਂਗੇ ਡਾਇਲੌਗ ਡਿਲੀਵਰੀ ਦੀ। ਅੱਜ ਆਪਾਂ ਗੱਲ ਕਰਾਂਗੇ ਸਪੀਚ ਵਰਕ ਦੀ ਅਤੇ ਗੱਲ ਕਰਾਂਗੇ ਆਪਾਂ ਤੁਹਾਡੀ ਵੌਇਸ ਦੀ। ਆਪਾਂ ਗੱਲ ਕਰਾਂਗੇ ਇਸ ਵਿਸ਼ੇ ਦੇ ਉੱਪਰ ਕਿ ਤੁਸੀਂ ਇਸ ਡਿਵਾਈਸ ਤੋਂ ਹੁਣ ਤੱਕ ਕਿੱਦਾਂ ਕੰਮ ਲੈਂਦੇ ਆ ਰਹੇ ਹੋ ਅਤੇ ਕਿੱਦਾਂ ਵਧੀਆ ਤਰੀਕੇ ਨਾਲ ਤੁਸੀਂ ਕੰਮ ਲੈ ਸਕਦੇ ਹੋ। ਐਕਟਿੰਗ ਬਾਰੇ ਮੇਰੇ ਨੋਟਸਾਂ ਦਾ ਇਹ 11ਵਾਂ ਪੰਨਾ ਹੈ। ਹੁਣ ਤੱਕ ਤੁਸੀਂ ਮੇਰੇ ਇਹ ਨੋਟਸ ਸੁਣੇ, ਇਹਨਾਂ ਨੂੰ ਪਸੰਦ ਕੀਤਾ, ਇਹਨਾਂ ਨੂੰ ਸ਼ੇਅਰ ਕੀਤਾ, ਆਪਣੀ ਫੀਡਬੈਕ ਮੈਨੂੰ ਦਿੱਤੀ। ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ। ਹਾਂ, ਮੈਂ ਜਾਣਦਾ ਕਿ ਇਹ ਨੋਟਸ ਬਹੁਤ ਕਰਕੇ ਲੈਕਚਰਾਂ ਦੀ ਸ਼ੇਪ ਦੇ ਵਿੱਚ ਨੇ, ਪਰ ਐਕਟਿੰਗ ਸਿੱਖਣਾ ਸਿਖਾਉਣਾ ਇੱਕ ਪ੍ਰੈਕਟੀਕਲ ਕੰਮ ਹੈ। ਪਰ ਆਪਾਂ ਤਾਂ ਲੋਕਡਾਊਨ ਦੇ ਦਿਨਾਂ ਦਾ ਫਾਇਦਾ ਲੈ ਰਹੇ ਹਾਂ, ਸੋ ਜੇ ਕਦੇ ਰੱਬ ਨੇ ਚਾਹਿਆ ਮਿਲਾਂਗੇ ਤਾਂ ਆਪਾਂ ਰਲ ਕੇ ਪ੍ਰੈਕਟੀਕਲ ਵੀ ਕਰ ਸਕਾਂਗੇ। ਹੁਣ ਤੱਕ ਆਪਾਂ ਇੱਕ ਕਰੈਕਟਰ ਨੂੰ ਪੜ੍ਹ ਲਿਆ, ਉਸ ਦੀ ਪਰਸਨੈਲਿਟੀ ਦੇ ਕੁਝ ਖਾਸ ਪੁਆਇੰਟ ਨੋਟ ਕਰਕੇ ਉਸ ਦੀ ਪਰਸਨੈਲਿਟੀ ਨੂੰ ਸਮਝ ਲਿਆ। ਔਰ ਐਕਟਿੰਗ ਕਰਦਿਆਂ ਅਕਸਰ ਜੋ ਗਲਤੀਆਂ ਹੁੰਦੀਆਂ ਨੇ ਸਟੀਰੀਓਟਾਈਪ ਜਾਂ ਲਾਊਡ ਐਕਟਿੰਗ ਦੀ, ਅਸੀਂ ਉਸ ਵਿਸ਼ੇ ਦੇ ਉੱਪਰ ਗੱਲ ਕਰ ਚੁੱਕੇ ਹਾਂ। ਅਸੀਂ ਥੀਏਟਰ ਅਤੇ ਸਿਨੇਮੇ ਦੀ ਐਕਟਿੰਗ ਦੇ ਫਰਕ ਬਾਰੇ ਗੱਲ ਕਰ ਚੁੱਕੇ ਹਾਂ। ਔਰ ਅਸੀਂ ਇੱਕ ਐਕਟਿੰਗ ਦਾ ਜੋ ਬੁਨਿਆਦੀ ਥੰਬ ਰੂਲ ਹੈ ਕਰੈਕਟਰ ਕ੍ਰੀਏਸ਼ਨ, ਉਹਦੇ ਬਾਰੇ ਗੱਲ ਕਰ ਚੁੱਕੇ ਹਾਂ। ਅਸੀਂ ਗੱਲ ਕਰ ਚੁੱਕੇ ਹਾਂ ਕਿ ਨੈਚੁਰਲ ਐਕਟਿੰਗ ਕਿੰਨੀ ਇੰਪੋਰਟੈਂਟ ਹੈ। ਔਰ ਸਤਾਨਿਸਲਾਵਸਕੀ ਦੇ ਹਵਾਲੇ ਨਾਲ ਆਪਾਂ ਇਸ ਵਿਸ਼ੇ ਉੱਪਰ ਵੀ ਗੱਲ ਕਰ ਚੁੱਕੇ ਹਾਂ ਕਿ ਨੈਚੁਰਲ ਕਿਸਮ ਦੇ ਕਰੈਕਟਰ ਅਤੇ ਨੈਚੁਰਲ ਕਿਸਮ ਦੀ ਐਕਟਿੰਗ ਦੇ ਲਈ ਇੱਕ ਐਕਟਰ ਦੇ ਨਿੱਜੀ ਜਜ਼ਬਾਤ ਅਤੇ ਉਸ ਦੇ ਆਪਣੇ ਨਿੱਜੀ ਅਨੁਭਵ ਕਿੰਨੇ ਇੰਪੋਰਟੈਂਟ ਨੇ। ਹੁਣ ਸਵਾਲ ਆ ਜਾਂਦਾ ਉਸ ਕਰੈਕਟਰ ਨੂੰ ਬਾਹਰੋਂ ਡਿਜ਼ਾਈਨ ਕਰਨ ਦਾ। ਹੁਣ ਸਾਡੇ ਲਈ ਇਹ ਜਾਣਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਜੋ ਕਰੈਕਟਰ ਅਸੀਂ ਸਿਰਜਣ ਜਾ ਰਹੇ ਹਾਂ ਉਹ ਸਟੇਜ 'ਤੇ ਜਾਂ ਕੈਮਰੇ ਅੱਗੇ ਜਾ ਕੇ ਕਿਸ ਤਰੀਕੇ ਦਾ ਜ਼ੁਬਾਨੀ ਅਤੇ ਜਿਸਮਾਨੀ ਵਰਤਾਓ ਜਾਂ ਵਿਹਾਰ ਕਰੇਗਾ, ਭਾਵ ਵਰਬਲ ਅਤੇ ਨਾਨ ਵਰਬਲ ਬਿਹੇਵੀਅਰ। ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਫਿਰ ਯਾਦ ਦਿਵਾ ਦਿਆਂ ਕਿ ਸਟੇਜ ਉੱਪਰ ਜਾਂ ਕੈਮਰੇ ਅੱਗੇ ਕਦੇ ਵੀ ਐਕਟਰ ਨੇ ਨਹੀਂ ਜਾਣਾ ਹੁੰਦਾ। ਜੋ ਕੁਝ ਵੀ ਕਰਨਾ ਹੁੰਦਾ ਜਾ ਕੇ ਉਹ ਕਰੈਕਟਰ ਨੇ ਕਰਨਾ ਹੁੰਦਾ ਹੈ, ਪਰ ਕਰੈਕਟਰ ਨੇ ਵੀ ਜੋ ਕਰਨਾ ਹੁੰਦਾ ਕਰਨਾ ਤਾਂ ਉਹ ਐਕਟਰ ਦੇ ਰਾਹੀਂ ਹੁੰਦਾ। ਇਹ ਵੀ ਤਾਂ ਇੱਕ ਸੱਚ ਹੈ ਨਾ ਕਿ ਇੱਕ ਕਰੈਕਟਰ ਦੇ ਲਿਬਾਸ ਥੱਲੇ ਛੁਪਿਆ ਤਾਂ ਹਮੇਸ਼ਾ ਇੱਕ ਐਕਟਰ ਹੁੰਦਾ ਹੈ। ਔਰ ਐਕਟਰ ਜੋ ਵੀ ਕਰਦਾ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਕੁਝ ਖਾਸ ਤਕਨੀਕਾਂ, ਕੁਝ ਖਾਸ ਡਿਵਾਈਸਿਸ ਦੇ ਰਾਹੀਂ ਕਰਦਾ ਹੈ। ਇਹ ਡਿਵਾਈਸਿਸ ਕਿਹੜੇ ਕਿਹੜੇ ਨੇ? ਮੇਨਲੀ ਇਹ ਦੋ ਨੇ, ਇੱਕ ਹੈ ਡਾਇਲੌਗ ਡਿਲੀਵਰੀ ਅਤੇ ਦੂਜਾ ਹੈ ਬਾਡੀ ਲੈਂਗੁਏਜ। ਸੋ ਹੁਣ ਆਪਣੇ ਕਰੈਕਟਰ ਨੂੰ ਡਿਜ਼ਾਈਨ ਕਰਨ ਤੋਂ ਪਹਿਲਾਂ ਆਪਾਂ ਇੱਕ ਐਕਟਰ ਅਤੇ ਐਕਟਿੰਗ ਦੇ ਦੋ ਇਹਨਾਂ ਬੇਸਿਕ ਡਿਵਾਈਸਿਸ ਬਾਰੇ ਜਾਣਦੇ ਹਾਂ, ਇਹਨਾਂ ਨੂੰ ਟਿਊਨ ਅਪ ਕਰਦੇ ਹਾਂ ਔਰ ਦੇਖਦੇ ਹਾਂ ਕਿ ਇਹਨਾਂ ਤੋਂ ਬਿਹਤਰ ਢੰਗ ਨਾਲ ਕਿਵੇਂ ਕੰਮ ਲੈ ਸਕਦੇ ਹਾਂ। ਇਹਨਾਂ ਸਾਰੇ ਡਿਵਾਈਸਿਸ ਨੂੰ ਆਪਾਂ ਦੋ ਕੈਟੇਗਰੀਜ਼ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੈ ਵਰਬਲ ਅਤੇ ਦੂਜੀ ਹੈ ਨਾਨ ਵਰਬਲ। ਜ਼ੁਬਾਨੀ ਅਤੇ ਜਿਸਮਾਨੀ। ਜ਼ੁਬਾਨੀ ਭਾਵ ਵਰਬਲ ਕੈਟੇਗਰੀ ਦੇ ਵਿੱਚ ਮੇਨਲੀ ਸਾਡੀ ਡਾਇਲੌਗ ਡਿਲੀਵਰੀ ਆ ਜਾਂਦੀ ਹੈ, ਸਪੀਚ ਵਰਕ ਆ ਜਾਂਦਾ, ਸਾਡੀ ਵੌਇਸ ਨਾਲ ਰਿਲੇਟਡ ਚੀਜ਼ਾਂ ਆ ਜਾਂਦੀਆਂ ਨੇ। ਦੂਜੇ ਪਾਸੇ ਨਾਨ ਵਰਬਲ ਦੇ ਵਿੱਚ ਸਾਡੀ ਬਾਡੀ ਲੈਂਗੁਏਜ ਆ ਜਾਂਦੀ ਹੈ, ਜਿਸ ਦੇ ਵਿੱਚ ਫੇਸ ਐਕਸਪ੍ਰੈਸ਼ਨਸ ਨੇ, ਸਾਡੇ ਜੈਸਚਰਸ, ਸਾਡੇ ਪੋਸਚਰਸ, ਸਾਡੀ ਮੂਵਮੈਂਟਸ ਅਤੇ ਸਟੇਜ ਐਕਟੀਵਿਟੀਜ਼ ਜਾਂ ਕੈਮਰੇ ਅੱਗੇ ਐਕਟੀਵਿਟੀਜ਼ ਆ ਜਾਂਦੀਆਂ ਨੇ। ਲੇਕਿਨ ਇਹਦੇ ਵਿੱਚ ਇੱਕ ਕਨਸੈਪਟ ਬੜੇ ਸਾਧਾਰਨ ਜਿਹੇ ਲੱਗਦੇ ਨੇ ਆਮ ਜ਼ਿੰਦਗੀ ਦੇ ਵਿੱਚ ਕਿ ਮੈਂ ਸਟੇਜ 'ਤੇ ਗਿਆ, ਡਾਇਲੌਗ ਬੋਲਿਆ, ਡਾਇਲੌਗ ਡਿਲੀਵਰੀ ਹੋ ਗਈ, ਜਾਂ ਮੈਂ ਸਟੇਜ ਦੇ ਉੱਪਰ ਥੋੜ੍ਹੀ ਜਿਹੀ ਮੂਵਮੈਂਟ ਲਿੱਤੀ, ਮੇਰੀ ਬਾਡੀ ਲੈਂਗੁਏਜ ਹੋ ਗਈ, ਕੈਮਰੇ ਅੱਗੇ ਕਿਸੇ ਨੂੰ ਘਸੁੰਨ ਮਾਰਤਾ ਅਤੇ ਮੇਰੀ ਬਾਡੀ ਲੈਂਗੁਏਜ ਹੋ ਗਈ। ਗੱਲ ਇੰਨੀ ਸਧਾਰਨ ਨਹੀਂ ਹੈ। ਜਦੋਂ ਤੋੜ ਕੇ ਆਪਾਂ ਇਹਨਾਂ ਸਾਰੇ ਡਿਵਾਈਸਿਸ ਨੂੰ ਅੰਦਰ ਵੜ ਕੇ ਦੇਖਾਂਗੇ ਤਾਂ ਅਸੀਂ ਜਾਣ ਪਾਵਾਂਗੇ ਕਿ ਇਹਨਾਂ ਦੋ ਸਧਾਰਨ ਡਿਵਾਈਸਿਸ ਦੇ ਥੱਲੇ ਅਗਾਂਹ ਕਿੰਨੇ ਹੋਰ ਸਬ ਡਿਵਾਈਸਿਸ ਦਾ ਐਡਾ ਜ਼ਬਰਦਸਤ ਮੈਕੈਨਿਜ਼ਮ ਪਿਆ ਹੈ ਕਿ ਤੁਸੀਂ ਉਹਨਾਂ ਸਬ ਡਿਵਾਈਸਿਸ ਦੇ ਵਿੱਚੋਂ ਕੋਈ ਇੱਕ ਡਿਵਾਈਸ ਵੀ ਪ੍ਰੋਪਰ ਯੂਜ਼ ਕਰ ਲਓ, ਇਸਤੇਮਾਲ ਕਰ ਲਓ ਤਾਂ ਤੁਹਾਡੀ ਐਕਟਿੰਗ ਦਾ ਰਿਜ਼ਲਟ ਕਿਤੇ ਜ਼ਿਆਦਾ ਵਧੀਆ ਹੋ ਜਾਏਗਾ। ਔਰ ਖਾਸ ਚੀਜ਼ ਸਮਝਣ ਵਾਲੀ ਇਹ ਵੀ ਹੈ ਕਿ ਇਹ ਦੋ ਜਿਹੜੇ ਡਿਵਾਈਸਿਸ ਨੇ, ਭਾਵ ਜ਼ੁਬਾਨੀ ਅਤੇ ਜਿਸਮਾਨੀ ਜਾਂ ਵਰਬਲ ਜਾਂ ਨਾਨ ਵਰਬਲ, ਇਹ ਇਕੱਲੇ ਇਕੱਲੇ ਕੰਮ ਨਹੀਂ ਕਰਦੇ। ਇਹਨਾਂ ਦੋਨਾਂ ਦੇ ਵਿਚਕਾਰ ਕੋਆਰਡੀਨੇਸ਼ਨ ਹੁੰਦੀ ਹੈ ਹਮੇਸ਼ਾ। ਇਹ ਦੋਨੋਂ ਇੱਕ ਦੂਜੇ ਦੇ ਸਪੋਰਟਿਵ ਨੇ, ਮਿਲ ਕੇ ਕੰਮ ਕਰਦੇ ਨੇ, ਫਿਰ ਹੀ ਵਧੀਆ ਐਕਟਿੰਗ ਹੁੰਦੀ ਹੈ। ਤਾਂ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਜ਼ੁਬਾਨੀ ਜਾਂ ਵਰਬਲ ਕੈਟੇਗਰੀ ਦੇ ਨਾਲ, ਉਹਨਾਂ ਡਿਵਾਈਸਿਸ ਦੇ ਨਾਲ। ਜ਼ੁਬਾਨੀ ਜੁਗਤਾਂ ਭਾਵ ਵਰਬਲ ਡਿਵਾਈਸਿਸ, ਇਹਨਾਂ ਵਿੱਚ ਮੇਨ ਹੈ ਡਾਇਲੌਗ ਡਿਲੀਵਰੀ। ਔਰ ਨਾ ਤੋਂ ਹੀ ਸਪਸ਼ਟ ਹੈ ਕਿ ਇਹਦੇ ਦੋ ਪਾਰਟ ਨੇ, ਇੱਕ ਹੈ ਡਾਇਲੌਗ ਅਤੇ ਦੂਜਾ ਹੈ ਉਸ ਦੀ ਡਿਲੀਵਰੀ। ਡਾਇਲੌਗ ਜੋ ਰਾਈਟਰ ਲਿਖ ਕੇ ਦਿੰਦਾ
ਔਰ ਡਿਲੀਵਰੀ ਜੋ ਐਕਟਰ ਨੇ ਕਰਨੀ ਸੁਣਨ ਦੇ ਵਿੱਚ ਬੜਾ ਸਹਿਜ ਸੌਖਾ ਜਿਹਾ ਕੰਮ ਲੱਗਦਾ ਹੈ ਔਰ ਲੋਕ ਇਸ ਨੂੰ ਬੜਾ ਸੌਖਾ ਸਮਝਦੇ ਵੀ ਹੈ। ਮੈਂ ਗਿਆ ਸਟੇਜ 'ਤੇ ਡਾਇਲੌਗ ਬੋਲਿਆ, ਕੈਮਰੇ ਅੱਗੇ ਸ਼ਾਟ ਦਿੱਤਾ, ਕਿਆ ਮਜ਼ਾ ਆਇਆ, ਕਲੈਪਿੰਗ ਹੋਈ। ਪਰ ਕੀ ਸੱਚਮੁੱਚ ਇਹ ਡਾਇਲੌਗ ਡਿਲੀਵਰੀ ਦਾ ਪ੍ਰੋਸੈਸ ਇੰਨਾ ਸੌਖਾ ਹੈ? ਆਓ ਆਪਾਂ ਇਸ ਨੂੰ ਥੋੜ੍ਹਾ ਜਿਹਾ ਅੰਦਰ ਵੜ ਕੇ, ਇਸ ਨੂੰ ਥੋੜ੍ਹਾ ਜਿਹਾ ਟੁਕੜਿਆਂ ਵਿੱਚ ਵੰਡ ਕੇ, ਇਸ ਨੂੰ ਤੋੜ ਕੇ ਦੇਖਦੇ ਹਾਂ। ਮੈਂ ਇੱਕ ਚਾਰਟ ਤੁਹਾਡੇ ਨਾਲ ਸ਼ੇਅਰ ਕਰਦਾ ਇਹਨਾਂ ਨਿੱਕੇ ਨਿੱਕੇ ਟੁਕੜਿਆਂ ਦੇ, ਅਤੇ ਆਪਾਂ ਦੇਖਦੇ ਹਾਂ ਕਿ ਡਾਇਲੌਗ ਡਿਲੀਵਰੀ ਦੇ ਪ੍ਰੋਸੈਸ ਦੇ ਵਿੱਚ ਕੀ ਕੁਝ ਪਿਆ ਹੈ। ਡਾਇਲੌਗ ਡਿਲੀਵਰੀ ਇਹ ਟਰਮ ਆਪਣੇ ਆਪ ਦੇ ਵਿੱਚ ਹੀ ਕਲੀਅਰ ਕਰਦੀ ਹੈ ਕਿ ਇਸ ਦੇ ਦੋ ਪਾਰਟ ਨੇ, ਇੱਕ ਹੈ ਡਾਇਲੌਗ ਤੇ ਦੂਜੀ ਹੈ ਉਸ ਦੀ ਡਿਲੀਵਰੀ। ਇਹ ਸਾਰੇ ਦੇ ਸਾਰੇ ਜਿੰਨੇ ਵੀ ਡਿਵਾਈਸਿਸ ਨੇ, ਇਹ ਇੱਕ ਐਕਟਰ ਦੇ ਵਰਬਲ ਡਿਵਾਈਸਿਸ ਦਾ ਇੱਕ ਜ਼ਬਰਦਸਤ ਮੈਕੈਨਿਜ਼ਮ ਕ੍ਰੀਏਟ ਕਰਦੇ ਨੇ। ਆਓ ਪਹਿਲਾਂ ਆਪਾਂ ਡਾਇਲੌਗ ਦੀ ਗੱਲ ਕਰਦੇ ਹਾਂ। ਡਾਇਲੌਗ ਜੋ ਰਾਈਟਰ ਨੇ ਲਿਖਿਆ, ਲੇਕਿਨ ਜੇ ਇੱਕ ਐਕਟਰ ਨੇ ਸਹੀ ਤਰੀਕੇ ਨਾਲ ਉਹ ਡਾਇਲੌਗ ਸਟੇਜ ਤੋਂ ਬੋਲਣਾ ਹੈ ਜਾਂ ਕੈਮਰੇ ਅੱਗੇ ਬੋਲਣਾ ਹੈ, ਤਾਂ ਉਸ ਨੂੰ ਉਸ ਡਾਇਲੌਗ ਦੇ ਸੰਬੰਧ ਵਿੱਚ ਦੋ ਗੱਲਾਂ ਘੱਟੋ ਘੱਟ ਸਮਝਣੀਆਂ ਹੀ ਪੈਣਗੀਆਂ। ਇੱਕ ਹੈ ਡਾਇਲੌਗ ਦਾ ਸਕ੍ਰਿਪਟ ਵਿੱਚ ਹੋਣ ਦਾ ਮੰਤਵ, ਭਾਵ ਆਬਜੈਕਟਿਵ ਜਾਂ ਉਸ ਦਾ ਸਬਜੈਕਟ, ਉਸ ਵਿੱਚ ਕੀ ਕਿਹਾ ਗਿਆ, ਤੇ ਦੂਜਾ ਹੈ ਡਾਇਲੌਗ ਦੀ ਪ੍ਰਕਿਰਤੀ, ਨੇਚਰ ਜਾਂ ਉਸ ਦਾ ਫਾਰਮੈਟ। ਜਿੱਥੋਂ ਤੱਕ ਡਾਇਲੌਗ ਦੇ ਆਬਜੈਕਟਿਵ ਦੀ ਗੱਲ ਹੈ, ਇੱਕ ਡਾਇਲੌਗ ਇੱਕ ਸਕ੍ਰਿਪਟ ਦੇ ਵਿੱਚ ਤਿੰਨ ਚੀਜ਼ਾਂ ਘੱਟੋ ਘੱਟ ਜ਼ਰੂਰ ਕਨਵੇ ਕਰਦਾ ਦਰਸ਼ਕਾਂ ਤੱਕ। ਉਹ ਹੈ ਸੂਚਨਾ, ਜਾਂ ਹੈ ਸਬਜੈਕਟ, ਜਾਂ ਹੈ ਇਮੋਸ਼ਨ। ਪਹਿਲਾਂ ਆਪਾਂ ਗੱਲ ਕਰਦੇ ਹਾਂ ਸੂਚਨਾ ਦੀ। ਕੋਈ ਡਾਇਲੌਗ ਕਿੰਨਾ ਵੀ ਛੋਟਾ ਤੇ ਕਿੰਨਾ ਵੀ ਸਧਾਰਨ ਕਿਉਂ ਨਾ ਹੋਵੇ, ਉਹਦੇ ਵਿੱਚ ਕੋਈ ਨਾ ਕੋਈ ਸਕ੍ਰਿਪਟ ਨਾਲ ਰਿਲੇਟਡ, ਪਾਤਰਾਂ ਨਾਲ ਰਿਲੇਟਡ, ਥੀਮ ਜਾਂ ਕਹਾਣੀ ਨਾਲ ਰਿਲੇਟਡ ਸੂਚਨਾ ਪਈ ਹੁੰਦੀ ਹੈ, ਇਨਫੋਰਮੇਸ਼ਨ ਪਈ ਹੁੰਦੀ ਹੈ। ਪਰ ਇਹ ਤਾਂ ਡਾਇਰੈਕਟ ਸੂਚਨਾ ਹੈ। ਬਹੁਤ ਸਾਰੀਆਂ ਸੂਚਨਾਵਾਂ ਕਿਸੇ ਡਾਇਲੌਗ ਡਿਲੀਵਰੀ ਤੋਂ ਇੱਕ ਦਰਸ਼ਕ ਇਨਡਾਇਰੈਕਟਲੀ ਵੀ ਹਾਸਲ ਕਰਦਾ। ਆਪਾਂ ਅਗਾਂਹ ਚੱਲ ਕੇ ਇੱਕ ਐਕਟਰ ਦੇ ਜਦੋਂ ਨਾਨ ਵਰਬਲ ਡਿਵਾਈਸਿਸ ਸਟੱਡੀ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ ਡਾਇਲੌਗ ਬੋਲਣ ਦੀ ਟੋਨ, ਡਾਇਲੌਗ ਵੇਲੇ ਐਕਸਪ੍ਰੈਸ਼ਨ, ਇਹੋ ਜਿਹੀਆਂ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਦਰਸ਼ਕ ਇੱਕ ਐਕਟਰ ਤੋਂ ਬਹੁਤ ਸਾਰੀਆਂ ਇਨਡਾਇਰੈਕਟ ਸੂਚਨਾਵਾਂ ਹਾਸਲ ਕਰਦਾ ਹੈ। ਦੂਜਾ, ਕਿਸੇ ਵੀ ਡਾਇਲੌਗ ਦਾ ਆਬਜੈਕਟਿਵ ਹੈ ਥੀਮ ਨੂੰ ਕਨਵੇ ਕਰਨਾ। ਖਾਸ ਤੌਰ 'ਤੇ ਨਾਟਕ ਦੇ ਵਿੱਚ ਜਿਹੜੇ ਡਾਇਲੌਗ ਹੁੰਦੇ ਨੇ, ਉਹ ਇੱਕ ਤਰੀਕੇ ਨਾਲ ਥੀਮ ਦਾ ਇੱਕ ਛੋਟਾ ਜਿਹਾ ਯੂਨਿਟ ਹੁੰਦੇ ਨੇ। ਫਿਲਮਾਂ ਵਿੱਚ ਆਮ ਤੌਰ 'ਤੇ ਥੀਮ ਨੂੰ ਘੱਟ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਲੇਕਿਨ ਨਾਟਕ ਦੇ ਵਿੱਚ ਹਰ ਇੱਕ ਡਾਇਲੌਗ ਇੱਕ ਛੋਟਾ ਜਿਹਾ ਥੀਮਕ ਯੂਨਿਟ ਹੁੰਦਾ ਹੈ। ਔਰ ਤੀਜਾ ਆਬਜੈਕਟਿਵ ਕਿਸੇ ਡਾਇਲੌਗ ਦਾ ਹੈ, ਉਹ ਹੈ ਇਮੋਸ਼ਨਸ, ਭਾਵ ਨੂੰ ਪ੍ਰਦਰਸ਼ਿਤ ਕਰਨਾ। ਬਹੁਤ ਸਾਰੇ ਡਾਇਲੌਗ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਭਾਵ ਪਿਆ ਹੁੰਦਾ ਹੈ, ਔਰ ਇੱਕ ਐਕਟਰ ਆਪਣੀ ਡਾਇਲੌਗ ਡਿਲੀਵਰੀ ਦੇ ਰਾਹੀਂ ਉਸਨੇ ਭਾਵ ਵੀ ਦਰਸ਼ਕਾਂ ਤੱਕ ਪਹੁੰਚਾਉਣਾ ਹੁੰਦਾ ਹੈ। ਸੋ ਇਹ ਗੱਲਾਂ ਤਾਂ ਘੱਟੋ ਘੱਟ ਇੱਕ ਡਾਇਲੌਗ ਦੇ ਆਬਜੈਕਟਿਵ ਦੇ ਸੰਬੰਧ ਵਿੱਚ ਐਕਟਰ ਨੂੰ ਸਮਝਣੀਆਂ ਹੀ ਪੈਣਗੀਆਂ। ਨੈਕਸਟ, ਉਸ ਨੂੰ ਇਹ ਵੀ ਸਮਝਣਾ ਪਏਗਾ ਕਿ ਡਾਇਲੌਗ ਦੀ ਨੇਚਰ ਕੀ ਹੈ, ਉਸ ਦਾ ਫਾਰਮੈਟ ਕੀ ਹੈ। ਉਹ ਸੁਭਾਵਕ ਨੈਚੁਰਲ ਟੋਨ ਦਾ ਡਾਇਲੌਗ ਹੈ, ਜਾਂ ਉਹ ਡਰਾਮੈਟਿਕ ਡਾਇਲੌਗ ਹੈ, ਜਾਂ ਉਹ ਕਿਸੇ ਕਨਵਰਸੇਸ਼ਨ ਦਾ ਪਾਰਟ ਹੈ। ਬਹੁਤ ਸਾਰੇ ਨਾਟਕਾਂ ਦੇ ਵਿੱਚ ਲੰਬੀਆਂ ਸੋਲੋ ਲੋਕੀਜ਼ ਹੁੰਦੀਆਂ ਨੇ, ਮੋਨੋਲੌਗਸ ਹੁੰਦੇ ਨੇ ਔਰ ਐਪੀਲੌਗਸ ਹੁੰਦੇ ਨੇ। ਸਾਨੂੰ ਇਹ ਵੀ ਉਹਨਾਂ ਬਾਰੇ ਸਮਝਣਾ ਪਏਗਾ, ਕਿਉਂਕਿ ਮੋਨੋਲੌਗ, ਸੋਲੋ ਲੋਕੀ ਜਾਂ ਵਾਰਤਾਲਾਪ ਦੇ ਦੌਰਾਨ ਕਿਸੇ ਵੀ ਡਾਇਲੌਗ ਨੂੰ ਬੋਲਣ ਦਾ ਢੰਗ, ਫੇਸ ਐਕਸਪ੍ਰੈਸ਼ਨ, ਬਾਡੀ ਲੈਂਗੁਏਜ, ਕਾਫੀ ਕੁਝ ਜਿਹੜਾ ਹੈ ਉਹ ਬਦਲ ਜਾਏਗਾ। ਡਾਇਲੌਗ ਡਿਲੀਵਰੀ ਦੇ ਸਧਾਰਨ ਜਿਹੇ ਪ੍ਰੋਸੈਸ ਨੂੰ ਇੰਨੇ ਬਰੀਕ ਟੁਕੜਿਆਂ ਦੇ ਵਿੱਚ ਵੰਡ ਕੇ ਤੁਹਾਨੂੰ ਦਿਖਾਉਣ ਦਾ ਮੇਰਾ ਮਕਸਦ ਤੁਹਾਨੂੰ ਡਰਾਉਣ ਤੋਂ ਹਰਗਿਜ਼ ਨਹੀਂ ਹੈ। ਬਸ ਮੈਂ ਇੰਨਾ ਚਾਹੁੰਦਾ ਕਿ ਤੁਸੀਂ ਇੱਕ ਚੀਜ਼ ਸਮਝੋ ਕਿ ਡਾਇਲੌਗ ਡਿਲੀਵਰੀ ਕੋਈ ਮਜ਼ਾਕ ਨਹੀਂ ਹੈ। ਆਮ ਤੌਰ 'ਤੇ ਇਸ ਨੂੰ ਮਜ਼ਾਕ ਦੇ ਤੌਰ 'ਤੇ ਹੀ ਲਿੱਤਾ ਜਾਂਦਾ। ਅੱਜ ਐਕਟਰ ਨੂੰ ਡਰਾਮੇ ਦੀ ਸਕ੍ਰਿਪਟ ਦਿੱਤੀ ਜਾਂਦੀ ਹੈ, ਕੱਲ੍ਹ ਨੂੰ ਉਹ ਡਾਇਲੌਗ ਬੋਲਣ ਲਈ ਕਾਹਲਾ ਪੈ ਜਾਂਦਾ, ਭਾਜੀ ਬੈਠ ਕੇ ਨਹੀਂ ਬੋਲਿਆ ਜਾਂਦਾ, ਚਲੋ ਜੀ ਖੜ ਕੇ ਬੋਲਦੇ ਹਾਂ। ਔਰ ਸਿਨੇਮੇ ਵਿੱਚ ਤਾਂ ਹਾਲਤ ਐਦੋਂ ਵੀ ਜ਼ਿਆਦਾ ਖਰਾਬ ਹੈ। ਸੈੱਟ ਦੇ ਉੱਪਰ ਹੀ ਡਾਇਲੌਗ ਲਿਖੇ ਜਾਂਦੇ ਨੇ, ਐਕਟਰ ਆਉਂਦਾ ਫਟਾਫਟ ਫੜਦਾ, ਮੇਕਅਪ ਕਰਾਉਂਦੇ ਉਸ ਨੂੰ ਯਾਦ ਕਰਦਾ ਅਤੇ ਚਲੋ ਜੀ ਸ਼ਾਟ ਲਓ, ਸ਼ਾਟ ਦਿੱਤਾ ਅਤੇ ਉਸ ਨੂੰ ਘਰ ਜਾਣ ਦੀ ਕਾਹਲੀ ਹੁੰਦੀ ਹੈ। ਨਾ ਉਸਨੇ ਡਾਇਲੌਗ ਦੀ ਨੇਚਰ, ਮਤਲਬ ਪੁੱਛੇ ਹੁੰਦੇ ਆ, ਨਾ ਉਸ ਨੂੰ ਕਿਸੇ ਨੇ ਦੱਸੇ ਹੁੰਦੇ ਆ। ਦਿਸ ਇਜ਼ ਜਸਟ ਅ ਬਲਾਈਂਡ ਗੇਮ। ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਜੇ ਇੱਕ ਐਕਟਰ ਡਾਇਲੌਗ ਦੀ ਨੇਚਰ, ਉਸ ਦੀ ਕਿਸਮ, ਉਸ ਦਾ ਮਕਸਦ ਅਤੇ ਉਸ ਦਾ ਮੰਤਵ ਸਮਝ ਕੇ ਜਦੋਂ ਬੋਲਦਾ ਹੈ, ਤਾਂ ਨਾ ਸਿਰਫ ਉਸ ਦੀ ਡਾਇਲੌਗ ਡਿਲੀਵਰੀ ਐਪਰੋਪਰੀਏਟ ਹੋ ਜਾਂਦੀ ਹੈ, ਬਿਲਕੁਲ ਸਟੀਕ ਹੋ ਜਾਂਦੀ ਹੈ, ਰੈਦਰ ਉਸ ਲਈ ਡਾਇਲੌਗ ਡਿਲੀਵਰੀ ਸੌਖੀ ਵੀ ਹੋ ਜਾਂਦੀ ਹੈ। ਫਿਰ ਉਸ ਨੂੰ ਡਾਇਲੌਗ ਵੀ ਨਹੀਂ ਭੁੱਲਦੇ ਅਤੇ ਉਹਦੀ ਟਾਈਮਿੰਗ ਵੀ ਬੜੀ ਖੂਬਸੂਰਤ ਹੋ ਜਾਂਦੀ ਹੈ। ਸਮਝਣ ਵਾਲੀ ਚੀਜ਼ ਤਾਂ ਇਹ ਹੈ ਕਿ ਇੱਕ ਡਾਇਲੌਗ ਸਟੇਜ ਦੇ ਉੱਪਰ ਜਾਂ ਕੈਮਰੇ ਅੱਗੇ ਬੋਲਣਾ ਤਾਂ ਹਮੇਸ਼ਾ ਕਰੈਕਟਰ ਨੇ, ਅਤੇ ਕਰੈਕਟਰ ਤਾਂ ਹੀ ਬੋਲ ਪਾਏਗਾ ਨਾ ਜੇ ਐਕਟਰ ਨੂੰ ਪਤਾ ਅਤੇ ਐਕਟਰ ਅਗਾਂਹ ਆਪਣੇ ਕਰੈਕਟਰ ਨੂੰ ਦੱਸ ਸਕਦਾ। ਅਗਾਂਹ ਚੱਲ ਕੇ ਆਪਾਂ ਇਸ ਵਿਸ਼ੇ ਦੇ ਉੱਪਰ ਕਾਫੀ ਡੈਪਥ, ਕਾਫੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਹੁਣ ਆਪਾਂ ਵਰਬਲ, ਭਾਵ ਜ਼ੁਬਾਨੀ ਜੁਗਤਾਂ ਦਾ, ਡਿਵਾਈਸਿਸ ਦਾ ਦੂਜਾ ਹਿੱਸਾ ਵੇਖਦੇ ਹਾਂ। ਉਹ ਹੈ ਇੱਕ ਐਕਟਰ, ਭਾਵ ਤੁਹਾਡੀ ਆਵਾਜ਼। ਡਾਇਲੌਗ ਦੀ ਡਿਲੀਵਰੀ ਕਿਸੇ ਐਕਟਰ ਦੀ ਵੋਕਲ ਐਕਟਿੰਗ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੈ। ਔਰ ਜੇ ਕਿਸੇ ਐਕਟਰ ਨੇ ਡਾਇਲੌਗ ਦੀ ਡਿਲੀਵਰੀ ਦੇ ਇਸ ਪ੍ਰੋਸੈਸ ਵਿੱਚ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਹੋਵੇ ਤਾਂ ਉਹਨੂੰ ਘੱਟੋ ਘੱਟ 3 ਚੀਜ਼ਾਂ ਉੱਪਰ ਧਿਆਨ ਦੇਣਾ ਪਏਗਾ: ਆਵਾਜ਼,
ਆਵਾਜ਼ ਦਾ ਐਕਸਪ੍ਰੈਸ਼ਨ ਤੇ ਤੀਜਾ ਐਕਟਿੰਗ ਨਾਲ ਰਿਲੇਟਡ ਕੁਝ ਸੌਫਟ ਸਕਿੱਲਸ। ਇਹਨਾਂ ਤਿੰਨਾਂ ਨੂੰ ਮਿਲਾ ਕੇ ਕਿਸੇ ਐਕਟਰ ਦੀ ਡਾਇਲੌਗ ਡਿਲੀਵਰੀ ਬਿਹਤਰੀਨ ਹੋ ਸਕਦੀ ਹੈ। ਪਹਿਲਾਂ ਦੇਖਦੇ ਹਾਂ ਆਵਾਜ਼ ਇੱਕ ਐਕਟਰ ਦਾ ਉਹ ਟੂਲ ਹੈ ਜਿਹੜਾ ਉਸ ਦੀ ਐਕਟਿੰਗ ਨੂੰ ਪ੍ਰਭਾਵਸ਼ਾਲੀ ਬਣਾਉਂਦਾ। ਅਸੀਂ ਜਾਣਦੇ ਹਾਂ ਫਿਲਮ ਇੰਡਸਟਰੀ ਦੇ ਵਿੱਚ ਅਮਿਤਾਭ ਬੱਚਨ, ਨਾਨਾ ਪਾਟੇਕਰ, ਬਹੁਤ ਸਾਰੇ ਐਕਟਰ ਅਜਿਹੇ ਨੇ ਜਿਹੜੇ ਸਿਰਫ ਆਪਣੀਆਂ ਆਵਾਜ਼ਾਂ ਕਰਕੇ ਜਾਣੇ ਜਾਂਦੇ ਨੇ। ਤਾਂ ਜਦੋਂ ਆਵਾਜ਼ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਹੈ ਆਵਾਜ਼ ਦੀ ਬੇਸਿਕ ਕੁਆਲਿਟੀ ਤੇ ਦੂਜਾ ਹੈ ਆਵਾਜ਼ ਦੀ ਮੋਡੂਲੇਸ਼ਨ, ਭਾਵ ਉਸ ਐਕਟਰ ਦੀ ਆਪਣੀ ਆਵਾਜ਼ ਉੱਤੇ ਪਕੜ ਕਿੰਨੀ ਕੁ ਹੈ, ਉਹ ਕਿੰਨਾ ਕੁ ਉਸ ਨੂੰ ਮੋਡੂਲੇਟ ਕਰ ਸਕਦਾ। ਪਹਿਲਾਂ ਆਵਾਜ਼ ਦੀ ਬੇਸਿਕ ਕੁਆਲਿਟੀ, ਜਿਸ ਦੇ ਵਿੱਚ ਅਗਾਂਹ 5 ਐਲੀਮੈਂਟ ਨੇ। ਸਭ ਤੋਂ ਪਹਿਲਾ ਹੈ ਪਿਚ ਜਾਂ ਟੋਨ। ਅਸਲ ਵਿੱਚ ਤਾਂ ਕਿਸੇ ਆਵਾਜ਼ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਕੰਮ ਉਹ ਆਵਾਜ਼ ਦੀ ਪਿਚ ਕਰਦੀ ਹੈ, ਔਰ ਔਰਤਾਂ ਦੀ ਪਿਚ ਵੱਖਰੀ ਹੁੰਦੀ ਹੈ, ਮਰਦਾਂ ਦੀ ਪਿਚ ਵੱਖਰੀ ਹੁੰਦੀ ਹੈ, ਬੱਚਿਆਂ ਦੀ ਪਿਚ ਵੱਖਰੀ ਹੁੰਦੀ ਹੈ। ਇਸ ਦੇ ਨਾਲ ਜੁੜੀ ਹੋਈ ਚੀਜ਼ ਹੈ ਟੋਨ। ਆਵਾਜ਼ ਦੀ ਪਿਚ ਅਤੇ ਟੋਨ ਬਾਰੇ ਮੈਂ ਅਗਾਂਹ ਚੱਲ ਕੇ ਕਾਫੀ ਗੱਲਾਂ ਕਰਾਂਗਾ, ਪਰ ਕੁਇਕ ਰੈਫਰੈਂਸ ਦੇ ਤੌਰ ਤੇ ਮੈਂ ਇੱਥੇ ਉਹਨਾਂ ਐਕਟਰਾਂ ਦੀ ਗੱਲ ਕਰਨੀ ਚਾਹਾਂਗਾ ਜਿਨ੍ਹਾਂ ਨੂੰ ਅਕਸਰ ਇਹ ਉਲੰਭਾ ਸੁਣਨਾ ਪੈਂਦਾ ਕਿ ਉਹ ਢਿੱਡੋਂ ਨਹੀਂ ਬੋਲਦੇ, ਗਲੇ ਵਿੱਚੋਂ ਬੋਲਦੇ ਨੇ। ਢਿੱਡੋਂ ਜਾਂ ਗਲੇ ਵਿੱਚੋਂ ਬੋਲਣ ਦਾ ਕੀ ਫਰਕ ਹੈ? ਅਸਲ ਵਿੱਚ ਤਾਂ ਇਹ ਪਿਚ ਦੀਆਂ ਦੋ ਫਰਦਰ ਕਲਾਸੀਫਿਕੇਸ਼ਨਸ ਨੇ। ਇੱਕ ਹੈ ਹੈਡ ਵੌਇਸ, ਭਾਵ ਜਿਨ੍ਹਾਂ ਐਕਟਰਾਂ ਦੀ ਆਵਾਜ਼ ਜਿਹੜੀ ਹੈ ਪਿਚ ਹਲਕੀ ਹੈ ਉਸ ਨੂੰ ਕਿਹਾ ਜਾਂਦਾ ਹੈ ਸ਼੍ਰਿਲ ਵੌਇਸ, ਤੇ ਦੂਜੀ ਹੈ ਚੈਸਟ ਵੌਇਸ, ਭਾਵ ਡੀਪਰ ਵੌਇਸ, ਜੋ ਢਿੱਡੋਂ ਬੋਲਦੇ ਨੇ। ਆਵਾਜ਼ ਦੀ ਬੇਸਿਕ ਕੁਆਲਿਟੀ ਦੇ ਸੰਬੰਧ ਵਿੱਚ ਦੂਜਾ ਪੁਆਇੰਟ ਹੈ ਟੈਕਸਚਰ। ਜਿਵੇਂ ਕੱਪੜੇ ਦਾ ਟੈਕਸਚਰ ਹੁੰਦਾ, ਮੇਰਾ ਮੰਨਣਾ ਕਿ ਉਵੇਂ ਇੱਕ ਆਵਾਜ਼ ਦਾ ਵੀ ਟੈਕਸਚਰ ਹੁੰਦਾ ਹੈ। ਆਵਾਜ਼ ਦੀ ਬੇਸਿਕ ਕੁਆਲਿਟੀ ਦੇ ਸੰਬੰਧ ਵਿੱਚ ਤੀਜਾ ਇੰਪੋਰਟੈਂਟ ਐਲੀਮੈਂਟ ਹੈ ਲਹਿਜ਼ਾ ਜਾਂ ਉਚਾਰਨ, ਭਾਵ ਡਿਕਸ਼ਨ। ਚੌਥਾ ਐਲੀਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਹੈ ਆਵਾਜ਼ ਦੀ ਕਲੈਰਿਟੀ, ਭਾਵ ਬੋਲਣ ਦੀ ਸ਼ੁੱਧਤਾ। ਤੇ ਪੰਜਵਾਂ ਹੈ ਪੇਸ ਅਤੇ ਸਪੀਡ, ਤੁਹਾਡੇ ਬੋਲਣ ਦੀ ਸਪੀਡ ਅਤੇ ਉਸ ਦਾ ਪੇਸ। ਇਹ ਪੰਜ ਚੀਜ਼ਾਂ ਰਲ ਕੇ ਤੁਹਾਡੀ ਵੌਇਸ ਦੀ ਆਵਾਜ਼ ਦੀ ਬੇਸਿਕ ਕੁਆਲਿਟੀ ਨੂੰ ਫਿਕਸ ਕਰਦੀਆਂ ਨੇ। ਬੇਸਿਕ ਕੁਆਲਿਟੀ ਤੋਂ ਬਾਅਦ ਦੂਜੀ ਐਡਵਾਂਸ ਲੈਵਲ ਦੀ ਇੱਕ ਕੁਆਲਿਟੀ ਹੈ ਕਿਸੇ ਐਕਟਰ ਦੀ ਆਵਾਜ਼ ਦੀ, ਉਹ ਹੈ ਮੋਡੂਲੇਸ਼ਨ, ਭਾਵ ਇੱਕ ਐਕਟਰ ਆਪਣੀ ਆਵਾਜ਼ ਨੂੰ ਮੋਡੂਲੇਟ ਕਿੰਨਾ ਕੁ ਕਰ ਸਕਦਾ ਹੈ, ਉਸ ਦੀ ਆਪਣੀ ਆਵਾਜ਼ ਉੱਪਰ ਪਕੜ ਕਿੰਨੀ ਕੁ ਹੈ। ਔਰ ਇਹ ਮੋਡੂਲੇਸ਼ਨ ਕੈਪੇਬਿਲਿਟੀ ਵੀ ਦੋ ਲੈਵਲ ਦੀ ਹੈ। ਪਹਿਲੀ ਬੁਨਿਆਦੀ, ਭਾਵ ਬੇਸਿਕ। ਸਾਡੀ ਮੋਡੂਲੇਸ਼ਨ ਦੀਆਂ ਕੁਝ ਬੁਨਿਆਦੀ ਲੋੜਾਂ ਨੇ ਜਿਹੜੀਆਂ ਕਿ ਹਰ ਐਕਟਰ ਵਿੱਚ ਹੋਣੀਆਂ ਲਾਜ਼ਮੀ ਨੇ, ਜਿਵੇਂ ਕਿ ਪਹਿਲੀ ਹੈ ਫਲੈਕਸੀਬਿਲਿਟੀ। ਤੁਹਾਡੀ ਆਪਣੀ ਆਵਾਜ਼ ਉੱਪਰ ਇੰਨੀ ਕੁ ਪਕੜ ਹੋਵੇ ਕਿ ਤੁਸੀਂ ਜਦੋਂ ਚਾਹੋ ਪਿਚ, ਟੋਨ, ਟੈਕਸਚਰ, ਡਿਕਸ਼ਨ ਜਾਂ ਪੀਸ ਸਪੀਡ ਦੇ ਵਿੱਚ ਪਰਿਵਰਤਨ ਕਰ ਸਕਦੇ ਹੋਵੋ, ਉਸ ਨੂੰ ਚੇਂਜ ਕਰ ਸਕਦੇ ਹੋਵੋ, ਲੋੜ ਦੇ ਹਿਸਾਬ ਨਾਲ ਉਸ ਨੂੰ ਬਦਲ ਸਕਦੇ ਹੋਵੋ। ਔਰ ਦੂਜਾ ਸਟ੍ਰੈਸ ਦੇ ਨਾਲ ਹੀ ਕਿਸੇ ਸੈਂਟੈਂਸ ਦੇ ਮੀਨਿੰਗ ਕਲੀਅਰ ਹੁੰਦੇ ਨੇ। ਇਸ ਤੋਂ ਇਲਾਵਾ ਪੰਕਚੁਏਸ਼ਨ, ਭਾਵ ਤੁਸੀਂ ਵਿਸ਼ਰਾਮ ਚਿੰਨ੍ਹਾਂ ਨੂੰ ਸਹੀ ਤਰੀਕੇ ਦੇ ਨਾਲ ਆਵਾਜ਼ ਦੇ ਵਿੱਚ ਐਕਸਪ੍ਰੈਸ ਕਰ ਸਕਦੇ ਹੋਵੋ। ਔਰ ਲਾਸਟ ਚੀਜ਼, ਖਾਸ ਤੌਰ ਤੇ ਜਦੋਂ ਅਸੀਂ ਡਰਾਮੈਟਿਕ ਨੇਚਰ ਦੇ ਕਰੈਕਟਰ ਕ੍ਰੀਏਟ ਕਰਨੇ ਹੁੰਦੇ ਨੇ ਤਾਂ ਉੱਥੇ ਆਵਾਜ਼ ਦਾ ਕੰਟਰਾਸਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਵੌਇਸ ਮੋਡੂਲੇਸ਼ਨ ਦੇ ਵਿੱਚ ਕੁਝ ਐਡਵਾਂਸ ਲੈਵਲ ਦੇ ਟੂਲਸ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਹੈ ਪੌਜ਼ਸ, ਭਾਵ ਠਹਿਰਾਅ। ਤੁਸੀਂ ਚੱਲਦੇ ਡਾਇਲੌਗ ਦੇ ਦੌਰਾਨ ਕਿੱਥੇ ਪੌਜ਼ ਲੈਂਦੇ ਹੋ, ਇਸ ਦੇ ਨਾਲ ਡਾਇਲੌਗ ਦੇ ਵਿੱਚ ਬਹੁਤ ਜ਼ਿਆਦਾ ਡੈਪਥ ਆ ਜਾਂਦੀ ਹੈ, ਬਹੁਤ ਜ਼ਿਆਦਾ ਗਹਿਰਾਈ ਆ ਜਾਂਦੀ ਹੈ। ਔਰ ਹਰ ਇੱਕ ਪੌਜ਼ ਦਾ ਇੱਕ ਮਕਸਦ ਹੁੰਦਾ ਹੈ। ਮਕਸਦ ਦੇ ਲਿਹਾਜ਼ ਨਾਲ ਇੱਕ ਪੌਜ਼ ਦੀ ਇੱਕ ਡਾਇਲੌਗ ਦੇ ਵਿੱਚ ਬਹੁਤ ਜ਼ਿਆਦਾ ਉਪਯੋਗਤਾ ਹੈ, ਤੇ ਉਸ ਪੌਜ਼ ਦੀ ਲੰਬਾਈ ਉਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ ਜਿਹੜਾ ਕਿ ਪੌਜ਼ ਦਾ ਮੀਨਿੰਗ ਕ੍ਰੀਏਟ ਕਰਦਾ ਹੈ। ਔਰ ਇੱਕ ਛੋਟਾ ਜਿਹਾ ਟੂਲ ਹੋਰ ਹੈ, ਉਹ ਹੈ ਰੈਪੀਟੀਸ਼ਨ। ਕਈ ਵਾਰੀ ਅਸੀਂ ਛੋਟੇ ਸ਼ਬਦਾਂ ਦੇ ਦੁਹਰਾ ਦੇ ਨਾਲ ਵੀ ਡਾਇਲੌਗ ਦੇ ਵਿੱਚ ਇੱਕ ਡੈਪਥ ਅਤੇ ਇੱਕ ਸੈਕੰਡ ਮੀਨਿੰਗ ਕ੍ਰੀਏਟ ਕਰਦੇ ਹਾਂ। ਡਾਇਲੌਗ ਦੀ ਡਿਲੀਵਰੀ ਦਾ ਦੂਜਾ ਇੰਪੋਰਟੈਂਟ ਪਾਰਟ ਹੈ ਐਕਸਪ੍ਰੈਸ਼ਨ। ਤੁਸੀਂ ਆਪਣੀ ਆਵਾਜ਼ ਦੇ ਰਾਹੀਂ ਐਕਸਪ੍ਰੈਸ਼ਨ ਕਿੰਨਾ ਦੇ ਸਕਦੇ ਹੋ। ਇਹ ਦੋ ਤਰੀਕੇ ਦੇ ਐਕਸਪ੍ਰੈਸ਼ਨ ਨੇ। ਇੱਕ ਤਾਂ ਵੋਕਲ ਐਕਸਪ੍ਰੈਸ਼ਨ ਹੈ, ਜਿਸ ਦੇ ਵਿੱਚ ਰੋਣਾ, ਟੁਸਕਣਾ, ਹੱਸਣਾ, ਚੀਖਣਾ, ਘੁਰਾੜੇ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਲੇਕਿਨ ਇਸ ਤੋਂ ਇਲਾਵਾ ਇੰਪੋਰਟੈਂਟ ਹੈ ਭਾਵਾਂ ਦਾ ਪ੍ਰਦਰਸ਼ਨ, ਭਾਵ ਇਮੋਸ਼ਨਸ ਨੂੰ ਐਕਸਪ੍ਰੈਸ ਕਰਨਾ। ਕੁਝ ਇਮੋਸ਼ਨਸ ਇਕਹਿਰੇ ਆਉਂਦੇ ਨੇ, ਭਾਵ ਗੁੱਸੇ ਦੇ ਇਮੋਸ਼ਨਸ ਆ ਰਹੇ ਨੇ ਆਵਾਜ਼ ਦੇ ਵਿੱਚ ਤੇ ਗੁੱਸੇ ਦੇ ਇਮੋਸ਼ਨਸ ਹੀ ਆ ਰਹੇ ਨੇ। ਲੇਕਿਨ ਕਈ ਵਾਰੀ ਗੁੱਸਾ, ਦੁੱਖ, ਸ਼ਿਕਵਾ, ਉਲਾਂਭਾ ਇਕੱਠੇ ਹੋ ਕੇ ਭਾਵ ਆਉਂਦੇ ਨੇ। ਅਸੀਂ ਇਹਨਾਂ ਨੂੰ ਮਿਕਸਡ ਐਕਸਪ੍ਰੈਸ਼ਨ ਕਹਿੰਦੇ ਹਾਂ। ਡਾਇਲੌਗ ਦੀ ਪਰਫੈਕਟ ਡਿਲੀਵਰੀ ਲਈ ਵੌਇਸ ਅਤੇ ਵੌਇਸ ਦੇ ਐਕਸਪ੍ਰੈਸ਼ਨ ਦੇ ਨਾਲ ਇੱਕ ਐਕਟਰ ਕੋਲ ਐਕਟਿੰਗ ਨਾਲ ਰਿਲੇਟਡ 3 ਸੌਫਟ ਸਕਿੱਲ ਹੋਣੇ ਵੀ ਬਹੁਤ ਲਾਜ਼ਮੀ ਨੇ। ਇਹ ਨੇ ਯਾਦਾਸ਼ਤ, ਮੈਮਰੀ, ਦੂਜਾ ਹੈ ਟਾਈਮਿੰਗ ਤੇ ਤੀਜੀ ਹੈ ਕੰਟੀਨਿਊਟੀ। ਯਾਦਾਸ਼ਤ ਡਾਇਲੌਗ ਯਾਦ ਕਰਨ ਦੀ, ਟਾਈਮਿੰਗ ਉਸ ਡਾਇਲੌਗ ਨੂੰ ਸਹੀ ਪੇਸ, ਸਹੀ ਸਪੀਡ ਅਤੇ ਸਹੀ ਟਾਈਮਿੰਗ ਦੇ ਨਾਲ ਖਾਸ ਤੌਰ ਤੇ ਵਾਰਤਾਲਾਪ, ਕਨਵਰਸੇਸ਼ਨ ਦੇ ਦੌਰਾਨ ਬੋਲਣ ਦੇ ਲਈ। ਔਰ ਤੀਜੀ ਹੈ ਕੰਟੀਨਿਊਟੀ। ਖਾਸ ਤੌਰ ਤੇ ਜਦੋਂ ਅਸੀਂ ਫਿਲਮਾਂ ਦੇ ਲਈ ਐਕਟਿੰਗ ਕਰਦੇ ਹਾਂ ਤਾਂ ਕੀ ਹੁੰਦਾ ਕਿ ਕੋਈ ਡਾਇਲੌਗ ਅੱਜ ਸ਼ੂਟ ਹੋ ਰਿਹਾ, ਉਸਦਾ ਅੱਧਾ ਪਾਰਟ ਘੰਟੇ ਨੂੰ ਦੂਜੇ ਐਂਗਲ ਤੋਂ ਸ਼ੂਟ ਹੋਣਾ ਜਾਂ 2 ਦਿਨਾਂ ਨੂੰ ਹੋਣਾ, 3 ਦਿਨਾਂ ਨੂੰ ਹੋਣਾ। ਉਸ ਦੇ ਦੌਰਾਨ ਕੀ ਹੁੰਦਾ, ਐਕਟਰ ਆਪਣੀ ਭਾਵ ਨਾਲ ਸੰਬੰਧਿਤ, ਆਵਾਜ਼ ਨਾਲ ਸੰਬੰਧਿਤ ਤੇ ਆਵਾਜ਼ ਦੀ ਮੋਡੂਲੇਸ਼ਨ ਨਾਲ ਸੰਬੰਧਿਤ ਕੰਟੀਨਿਊਟੀ ਬ੍ਰੇਕ ਕਰ ਬੈਠਦਾ ਹੈ।
ਸਮਝਣ ਸਮਝਾਉਣ ਦੀ ਸੌਖ ਲਈ ਮੈਂ ਐਕਟਿੰਗ ਦੇ ਇਹਨਾਂ ਡਿਵਾਈਸਿਸ ਨੂੰ ਨਿੱਕੇ ਨਿੱਕੇ ਬਰੀਕ ਬਰੀਕ ਹਿੱਸਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਿਹਾ। ਲੇਕਿਨ ਜਦੋਂ ਸਟੇਜ ਦੇ ਉੱਤੋਂ ਜਾਂ ਕੈਮਰੇ ਅੱਗੇ ਕੋਈ ਐਕਟਰ ਇਹਨਾਂ ਡਿਵਾਈਸਿਸ ਨੂੰ ਇਸਤੇਮਾਲ ਕਰਦਾ ਹੈ ਤਾਂ ਆਮ ਤੌਰ 'ਤੇ ਦਰਸ਼ਕ ਨੂੰ ਨਹੀਂ ਇਸ ਦਾ ਪਤਾ ਲੱਗਦਾ। ਦਰਸ਼ਕ ਉੱਪਰ ਇੰਪੈਕਟ ਟੋਟਲ ਡਾਇਲੌਗ ਦਾ ਪੈਂਦਾ ਹੈ। ਤਾਂ ਫਿਰ ਇੱਥੇ ਤੁਹਾਡਾ ਇਹ ਸਵਾਲ ਕਰਨਾ ਵੀ ਬਣਦਾ ਹੈ ਕਿ ਜੇ ਦਰਸ਼ਕ ਨੂੰ ਇਹਨਾਂ ਬਰੀਕੀਆਂ ਦੀ ਸਮਝ ਹੀ ਨਹੀਂ ਹੈ, ਉਸ ਦੇ ਉੱਪਰ ਇੰਪੈਕਟ ਟੋਟਲ ਡਾਇਲੌਗ ਦਾ ਹੀ ਪੈਣਾ ਹੈ, ਅਤੇ ਫਿਰ ਮੈਂ ਇੰਨਾ ਮੱਥਾ ਕਾਹਤੋਂ ਮਾਰਾਂ, ਇੰਨੀ ਮਿਹਨਤ ਕਾਹਤੋਂ ਕਰਾਂ, ਇਹਨਾਂ ਨਿੱਕੇ ਨਿੱਕੀਆਂ ਚੀਜ਼ਾਂ ਵੱਲ ਕਾਹਤੋਂ ਧਿਆਨ ਦਿੰਦਾ ਫਿਰ ਇੱਕ ਡਾਇਲੌਗ ਬੋਲਦੇ ਹਾਂ ਅਤੇ ਕੰਮ ਖਤਮ। ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ, ਲੇਕਿਨ ਇੱਥੇ ਮੇਰਾ ਇੱਕ ਜਵਾਬ ਹੈ, ਮੈਨੂੰ ਲੱਗਦਾ ਉਹ ਵੀ ਜਾਇਜ਼ ਹੈ। ਮੈਂ ਪਿੱਛੇ ਵੀ ਕਿਹਾ ਹੈ, ਫਿਰ ਕਹਿਣਾ ਕਿ ਸਿਰਫ ਡਾਇਲੌਗ ਬੋਲਣਾ ਇੱਕ ਐਕਟਰ ਦਾ ਮਕਸਦ ਨਹੀਂ ਹੈ, ਇਹ ਐਕਟਿੰਗ ਦਾ ਮਕਸਦ ਨਹੀਂ ਹੈ। ਐਕਟਿੰਗ ਤੇ ਐਕਟਰ ਦਾ ਇੱਕੋ ਇੱਕ ਮਕਸਦ ਹੈ, ਉਹ ਹੈ ਸਟੇਜ ਅਤੇ ਕੈਮਰੇ ਅੱਗੇ ਇੱਕ ਜਿਉਂਦਾ ਜਾਗਦਾ ਕਰੈਕਟਰ ਕ੍ਰੀਏਟ ਕਰਨਾ। ਜੇ ਡਾਇਲੌਗ ਡਿਲੀਵਰੀ ਹੀ ਐਕਟਿੰਗ ਹੁੰਦੀ ਜਾਂ ਹੋਵੇ ਤਾਂ ਫਿਰ ਦੁਨੀਆ ਭਰ ਦੇ ਉਹ ਸਾਰੇ ਡਰਾਮੇ ਜਿਹੜੇ ਕਿ ਸਾਇਲੈਂਟ ਪਲੇ ਦੇ ਤੌਰ 'ਤੇ ਜਾਣੇ ਜਾਂਦੇ ਨੇ ਉਹ ਖਤਮ ਹੋ ਜਾਣਗੇ, ਮੂਕ ਨਾਟਕ ਖਤਮ ਹੋ ਜਾਣਗੇ, ਔਰ ਥੀਏਟਰ ਦੀਆਂ ਕਿੰਨੀਆਂ ਸਾਰੀਆਂ ਇਹੋ ਜਿਹੀਆਂ ਫਾਰਮਸ ਖਤਮ ਹੋ ਜਾਣਗੀਆਂ ਜਿਨ੍ਹਾਂ ਦੇ ਵਿੱਚ ਕਦੇ ਕੋਈ ਡਾਇਲੌਗ ਨਹੀਂ ਹੁੰਦੇ। ਫਿਰ ਮਿਸਟਰ ਚਾਰਲੀ ਚੈਪਲਿਨ ਖਤਮ ਹੋ ਜਾਣਗੇ, ਮਿਸਟਰ ਬੀਨ ਖਤਮ ਹੋ ਜਾਣਗੇ, ਕਿਉਂਕਿ ਉਹਨਾਂ ਦੀ ਪਰਫਾਰਮੈਂਸ ਵਿੱਚ ਵੀ ਕੋਈ ਡਾਇਲੌਗ ਸ਼ਾਮਿਲ ਨਹੀਂ ਹੈ, ਉਹ ਸਿਰਫ ਨੌਨ ਵਰਬਲ ਐਕਟੀਵਿਟੀ ਦੇ ਨਾਲ ਐਕਟਿੰਗ ਕਰ ਰਹੇ ਨੇ। ਔਰ ਇੱਕ ਬਹੁਤ ਖੂਬਸੂਰਤ ਉਦਾਹਰਨ ਹੈ ਸਾਡੇ ਕੋਲੇ ਫਿਲਮ ਪੁਸ਼ਪਕ ਦੀ। ਇਹ ਕਮਲ ਹਸਨ ਦੀ ਉਹ ਫਿਲਮ ਹੈ ਜਿਸ ਦੇ ਬਾਰੇ ਸ਼ਾਇਦ ਤੁਹਾਡੇ ਵਿੱਚ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਇਹ ਭਾਰਤ ਦੀ ਇੱਕੋ ਇੱਕ ਅਜਿਹੀ ਫਿਲਮ ਹੈ ਜਿਸ ਦੇ ਵਿੱਚ ਕੋਈ ਡਾਇਲੌਗ ਨਹੀਂ ਹੈ, ਇਹ ਸਾਡੇ ਸਮਿਆਂ ਵਿੱਚ ਬਣੀ ਹੈ ਔਰ ਕਮਾਲ ਦੀ ਫਿਲਮ ਹੈ। ਤੁਸੀਂ ਦੇਖੋਗੇ, ਤੁਸੀਂ ਕਹੋਗੇ ਕਿ ਸਾਨੂੰ ਡਾਇਲੌਗ ਦੀ ਲੋੜ ਵੀ ਨਹੀਂ, ਵੈਸੇ ਹੀ ਬਹੁਤ ਵਧੀਆ ਐਕਟਿੰਗ ਹੋ ਰਹੀ ਹੈ। ਔਰ ਇਹ ਕਮਲ ਹਸਨ ਦੇ ਜ਼ਿੰਦਗੀ ਦੇ ਬੈਸਟ ਵਰਕਸ ਦੇ ਵਿੱਚੋਂ ਇੱਕ ਹੈ। ਡਾਇਲੌਗ ਡਿਲੀਵਰੀ ਐਕਟਿੰਗ ਦਾ ਇੱਕ ਪਾਰਟ ਹੈ, ਇਹ ਆਪਣੇ ਆਪ ਦੇ ਵਿੱਚ ਐਕਟਿੰਗ ਨਹੀਂ ਹੈ। ਔਰ ਜਿਹੜੇ ਲੋਕ ਕਮਾਲ ਦੇ ਡਾਇਲੌਗ ਬੋਲਦੇ ਨੇ, ਯਕੀਨ ਮੰਨੋ ਉਹ ਸਿਰਫ ਡਾਇਲੌਗ ਹੀ ਬੋਲਦੇ ਨੇ, ਉਹ ਬਹੁਤੀ ਦੇਰ ਤੱਕ ਯਾਦ ਨਹੀਂ ਰਹਿੰਦੇ। ਯਾਦ ਤਾਂ ਹਮੇਸ਼ਾ ਕਰੈਕਟਰ ਰਹਿੰਦੇ ਨੇ। ਮੈਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਉਦਾਹਰਨ ਦੇ ਸਕਦਾ। ਆਪਣੀ ਜ਼ਿੰਦਗੀ ਵਿੱਚ ਜਾਓ, ਫਰੋਲੋ ਅਤੇ ਯਾਦ ਕਰਕੇ ਦੱਸੋ ਤੁਹਾਨੂੰ ਕਿੰਨੇ ਕੁ ਲੋਕ ਸ਼ਾਨਦਾਰ ਅਤੇ ਘਟੀਆ ਸਿਰਫ ਆਪਣੇ ਡਾਇਲੌਗਾਂ ਕਰਕੇ ਯਾਦ ਹੈ, ਆਪਣੀਆਂ ਕਈਆਂ ਗੱਲਾਂ ਕਰਕੇ ਯਾਦ ਹੈ। ਜੋ ਵੀ ਤੁਹਾਨੂੰ ਯਾਦ ਹੋਏਗਾ ਆਪਣੇ ਮੁਕੰਮਲ ਬਿਹੇਵੀਅਰ, ਆਪਣੇ ਵਰਤਾਓ ਕਰਕੇ ਯਾਦ ਹੋਏਗਾ। ਤੁਹਾਨੂੰ ਕਿੱਦਾਂ ਤੁਹਾਡੇ ਨਾਲ ਵਰਤਾਓ ਕਰਦਾ ਸੀ, ਤੁਹਾਡੇ ਪ੍ਰਤੀ ਉਹਦਾ ਕੀ ਨਜ਼ਰੀਆ ਸੀ, ਤੁਹਾਨੂੰ ਕਿੱਦਾਂ ਟਰੀਟ ਕਰਦਾ ਸੀ ਔਰ ਉਹਦਾ ਅੰਦਾਜ਼ ਕੀ ਸੀ, ਤੁਸੀਂ ਉਸ ਨੂੰ ਅੱਜ ਵੀ ਯਾਦ ਕਰਦੇ ਹੋਵੋਗੇ ਤਾਂ ਉਸ ਦੀ ਮੁਕੰਮਲ ਪਰਸਨੈਲਿਟੀ ਨਾਲ। ਡਾਇਲੌਗ ਤਾਂ ਤੁਹਾਨੂੰ ਉਸਦੇ ਭੁੱਲ ਗਏ ਹੋਣਗੇ ਕਦੋਂ ਦੇ। ਪਰ ਹਾਂ, ਸਾਡੇ ਆਮ ਮਨੁੱਖਾਂ ਵਾਂਗੂ ਡਾਇਲੌਗ ਡਿਲੀਵਰੀ ਸਾਡੇ ਕਰੈਕਟਰ ਦੀ ਪਰਸਨੈਲਿਟੀ ਦਾ ਵੀ ਇੱਕ ਵੱਡਾ ਹਿੱਸਾ ਹੈ, ਅਹਿਮ ਹਿੱਸਾ ਹੈ। ਇਸ ਲਈ ਡਾਇਲੌਗ ਡਿਲੀਵਰੀ ਦਾ ਪ੍ਰੋਪਰ ਹੋਣਾ ਬਹੁਤ ਲਾਜ਼ਮੀ ਹੈ। ਔਰ ਡਾਇਲੌਗ ਡਿਲੀਵਰੀ ਪ੍ਰੋਪਰ ਤਾਂ ਹੀ ਹੋਏਗੀ ਜੇ ਅਸੀਂ ਇਹ ਸਾਰੇ ਡਿਵਾਈਸਿਸ ਸਹੀ ਤਰੀਕੇ ਨਾਲ ਇਸਤੇਮਾਲ ਕਰਾਂਗੇ। ਹਾਂ, ਮਤਲਬ ਕਿ ਐਡਾ ਵੱਡਾ ਚਾਰਟ ਦੇਖ ਕੇ ਘਬਰਾਉਣ ਦੀ ਲੋੜ ਬਿਲਕੁਲ ਨਹੀਂ ਹੈ। ਤਾਂ ਮੈਂ ਉਹੀ ਤੁਹਾਡੇ 'ਤੇ ਪ੍ਰਭਾਵ ਜਿਹਾ ਪਾਉਣ ਨੂੰ ਕ੍ਰੀਏਟ ਕਰ ਲਿਆ, ਵਰਨਾ ਡਾਇਲੌਗ ਡਿਲੀਵਰੀ ਦੇ ਇਹ ਜੋ ਸਾਰੇ ਦੇ ਸਾਰੇ ਡਿਵਾਈਸਿਸ ਨੇ, ਅਗਾਂਹ ਚੱਲ ਕੇ ਤੁਸੀਂ ਦੇਖੋਗੇ ਕਿ ਵਰਤਣ ਦੇ ਵਿੱਚ ਇਹ ਬਹੁਤ ਸੌਖੇ ਨੇ।